ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਰਾਗ ਮਹੱਲਾ ਪੰਜਵਾਂ। ਰਸਨਾ ਸੱਚਾ ਸਿਮਰੀਐ ਮਨ ਤਨ ਨਿਰਮਲ ਹੋਏ। ਮਾਤ ਪਿਤਾ ਸਾਕ ਅਗਲੇ ਤਿਸ ਬਿਨ ਅਵਰ ਨਾ ਕੋਏ। ਮਿਹਰ ਕਰੇ ਜੇ ਆਪਣੀ ਚਸਾ ਨਾ ਵਿਸਰੈ ਸੋਏ। ਮਨ ਮੇਰੇ ਸਾਚਾ ਸੇਵ ਜਿਚਰ ਸਾਸ ਬਿਨ ਸੱਚੇ ਸਭ ਕੂੜ ਹੈ। ਅੰਤੇ ਹੋਏ ਬਿਨਾਸ਼ ਰਹਾਉ। ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨਾ ਜਾਏ। ਮੇਰਾ ਮਨ ਤਨ ਭੁਖ ਅਤ ਅਗਲੀ ਕੋਈ ਆਣ ਮਿਲਾਵੈ ਮਾਏ। ਚਾਰੇ ਕੁੰਡਾਂ ਪਾਲੀਆਂ ਸ਼ੈ ਬਿਨ ਅਵਰ ਨਾ ਜਾਏ। ਤਿਸ ਆ ਗਏ ਅਰਦਾਸ ਕਰ ਜੋ ਮੇਲੇ ਕਰਤਾਰ। ਸਤਿਗੁਰੂ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ। ਸਦਾ ਸਦਾ ਸਲਾਹੀਐ ਅੰਤ ਨ ਪਾਰਾ ਵਾਰ। ਪਰਵਦਗਾਰ ਸਲਾਹੀਐ ਤਿਸ ਦੇ ਚਲਤ ਅਨੇਕ। ਸਦਾ ਸਦਾ ਆਰਾਧੀਐ ਏਹਾ ਮਤ ਵਿਸੇਖ। ਮਨ ਤਨ ਮੀਠਾ ਤਿਸ ਲੱਗੈ ਜਿਸ ਮਸਤਕ ਨਾਨਕ ਲੇਖ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜ਼ੂਰ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੋਟਾਨ ਕੋਟਾਨ ਕਿਰਪਾ ਰਹਿਮਤ ਤੇ ਬਖਸ਼ਿਸ਼ ਦੇ ਨਾਲ ਹਰ ਰੋਜ਼ ਲੜੀਵਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਪਾਵਨ ਆਤਮਿਕ ਕਥਾ ਪ੍ਰਾਰੰਭ ਕੀਤੀ ਗਈ ਹੈ, ਜੋ ਰੋਜ਼ਾਨਾ ਹੀ ਫੇਸਬੁੱਕ ਲਾਈਵ ਆਡੀਓ ਦੇ ਮਾਧਿਅਮ ਦੇ ਰਾਹੀਂ ਤੇ ਗਲੋਬਲ ਗੁਰਬਾਣੀ ਵਿਚਾਰ ਵਟਸਐਪ ਗਰੁੱਪ ਦੇ ਰਾਹੀਂ ਆਪ ਸਤਿਗੁਰੂ ਕੀਆਂ ਪਿਆਰੀਆਂ ਗੁਰੂ ਕੀਆਂ ਸੰਗਤਾਂ ਦੇ ਸਨਮੁਖ ਲੈ ਕੇ ਹਾਜ਼ਰ ਹੁੰਦੇ ਹਾਂ, ਜਿਸ ਵਿੱਚ ਸ਼੍ਰੀ ਰਾਗ ਦੇ ਹੁਣ ਤੱਕ 88 ਨੰਬਰ 88 ਨੰਬਰ ਸ਼ਬਦ ਤੱਕ ਵਿਚਾਰ ਕਰ ਚੁੱਕੇ ਹਾਂ। ਪਾਵਨ ਪੰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 48 ਤੱਕ। ਅੱਜ ਦਾ ਜਿਹੜਾ ਸ਼ਬਦ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ, ਇਹ ਪਾਵਨ ਸ਼ਬਦ ਸ਼੍ਰੀ ਰਾਗ ਦੇ ਵਿੱਚੋਂ ਸਾਹਿਬ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਹਨਾਂ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 49 ਦੇ ਉੱਤੇ ਸੁਭਾਏਮਾਨ ਹੈ। ਸ਼ਬਦ ਦੇ ਕੁੱਲ 4 ਬੰਦ ਨੇ ਤੇ ਇੱਕ ਬੰਦ ਰਹਾਉ ਦਾ ਹੈ। ਰਹਾਉ ਦੇ ਬੰਦ ਦੇ ਵਿੱਚ ਸੈਂਟਰਲ ਆਈਡੀਆ ਕੇਂਦਰੀ ਭਾਵ ਹੈ ਪਾਵਨ ਸ਼ਬਦ ਦਾ। ਤੇ ਅੱਜ ਦੇ ਪਾਵਨ ਸ਼ਬਦ ਵਿੱਚ ਜਿਹੜੀ ਧੰਨ ਗੁਰੂ ਅਰਜਨ ਦੇਵ ਜੀ ਬਖਸ਼ਿਸ਼ ਕਰ ਰਹੇ ਨੇ, ਸਾਡੇ ਵਰਗੇ ਜਿਹੜੇ ਲੋਕ ਭੁੱਲੜ ਨੇ
ਪਖੰਡਾਂ ਵਿੱਚ ਪਏ ਆ, ਭਰਮ ਵਿੱਚ ਪਏ ਆ, ਹਰ ਵਕਤ ਆਪਣੀ ਮੈਂ ਨੂੰ ਹੀ ਜਤਲਾਉਣ ਦੇ ਵਿੱਚ ਲੱਗੇ ਹੋਏ ਨੇ। ਸਤਿਗੁਰੂ ਜੀ ਚਾਹੁੰਦੇ ਨੇ ਕਿ ਵੀ ਇਹ ਸਿੱਖ ਗੁਰੂ ਦੀ ਮੱਤ 'ਤੇ ਤੁਰੇ, ਗੁਰੂ ਜੀ ਦੀ ਬਾਣੀ ਦੀ ਗਿਆਨ ਨੂੰ ਸਵੀਕਾਰ ਕਰੇ ਅਤੇ ਆਪਣੀ ਲਾਈਫ ਦੇ ਵਿੱਚ ਗੁਰਬਾਣੀ ਨੂੰ ਇੰਪਲੀਮੈਂਟ ਕਰਦਾ ਹੋਇਆ ਆਪਣੇ ਆਪ ਨੂੰ ਸੰਵਾਰੇ ਅਤੇ ਆਪਣੀ ਜੀਵਨ ਯਾਤਰਾ ਨੂੰ, ਆਪਣੀ ਲਾਈਫ ਆਫ ਜਰਨੀ ਆਫ ਲਾਈਫ ਨੂੰ ਇਹਨੂੰ ਬੜਾ ਸੁਖਾਲਾ ਅਤੇ ਬੜਾ ਪਿਆਰਾ ਬਣਾ ਸਕਦਾ ਹੈ। ਇਹ ਨਿਰਭਰ ਹੈ ਮਨੁੱਖ 'ਤੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਇੱਕ ਗੁਰਮੁਖ ਦੀ ਕਥਾ ਬਿਆਨ ਕੀਤੀ ਹੈ ਅਤੇ ਇੱਕ ਮਨਮੁਖ ਦੀ ਕਥਾ ਬਿਆਨ ਕੀਤੀ ਹੈ। ਮਨ ਦੀ ਮੱਤ ਪਿੱਛੇ ਲੱਗਣ ਵਾਲਾ ਮਨੁੱਖ ਕੇਵਲ ਕਿਵੇਂ ਆਪਣੇ ਸਫ਼ਰ ਦੇ ਵਿੱਚ ਆਪਣੀ ਜ਼ਿੰਦਗੀ ਦੀ ਜੀਵਨ ਜਾਂਚ ਨੂੰ ਵਿਗਾੜਦਾ ਹੈ। ਇੱਕ ਇਹ ਕਹਾਣੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ 'ਚ ਮਿਲੂਗੀ। ਇੱਕ ਮਿਲੂਗੀ ਕਿ ਜਿਹੜੇ ਗੁਰੂ ਦੀ ਮੱਤ ਪਿੱਛੇ ਤੁਰ ਪਏ, ਜਿਨ੍ਹਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ, ਜਿਨ੍ਹਾਂ ਨੇ ਪਲ ਪਲ, ਹਰ ਘੜੀ, ਹਰ ਸਮਾਂ ਸਤਿਗੁਰੂ ਜੀ ਨੂੰ ਪੁੱਛਣਾ ਸਮਝਿਆ ਅਤੇ ਗੁਰੂ ਜੀ ਨੂੰ ਪੁੱਛ ਕੇ, ਗੁਰੂ ਜੀ ਤੋਂ ਮੱਤ ਲੈ ਕੇ ਆਪਣੇ ਜੀਵਨ ਦੇ ਰਾਹ 'ਤੇ ਤੁਰੇ। ਉਹ ਆਪਣੀ ਜੀਵਨ ਦੀ ਯਾਤਰਾ ਨੂੰ ਸਫਲ ਕਰ ਗਏ। ਉਹਨਾਂ ਦੇ ਜੀਵਨ ਦੇ ਵਿੱਚ ਸੱਚ ਆ ਗਿਆ, ਉਹ ਇਨਕਲਾਬੀ ਹੋ ਗਏ, ਉਹ ਸੱਚ ਨਾਲ ਖਲੋਣ ਵਾਲੇ ਹੋ ਗਏ। ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਵਿਚਾਰਧਾਰਾ ਹੈ ਨਾ, ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਬਰਾਬਰਤਾ ਦੀ ਹੈ। ਜਿਸ ਸਿੱਖ ਦੇ ਅੰਦਰ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਜੀਵਨ ਵਿੱਚ ਆ ਜਾਂਦੀ ਹੈ, ਉਹ ਆਤਮਿਕ ਜੀਵਨ 'ਤੇ ਮਜ਼ਬੂਤ ਹੋ ਜਾਂਦਾ ਹੈ, ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦਾ ਹੈ। ਉਹਦੇ ਵਿੱਚੋਂ ਵਿਤਕਰੇ ਮੁੱਕ ਜਾਂਦੇ ਨੇ, ਬੇਗਾਨਾ ਭਾਵ ਮੁੱਕ ਜਾਂਦਾ ਹੈ। ਉਹ ਸਾਰਿਆਂ ਦੇ ਵਿੱਚ ਜਗਦੀ ਜੋਤ ਅਕਾਲ ਪੁਰਖ ਨੂੰ ਵੇਖਦਾ ਹੋਇਆ, ਮਾਨਵਤਾ ਦੀ ਸੇਵਾ ਕਰਦਾ ਹੋਇਆ, ਜਿੱਥੇ ਆਪਣੇ ਪਰਿਵਾਰਕ ਜੀਵਨ ਦੀਆਂ ਡਿਊਟੀਆਂ, ਫਰਜ਼ਾਂ ਨੂੰ ਇਮਾਨਦਾਰੀ ਨਾਲ ਨਿਭਾਉਂਦਾ ਹੈ, ਉੱਥੇ ਸੰਸਾਰ ਦੇ ਵਿੱਚ ਰਹਿ ਕੇ ਪਰਮਾਤਮਾ ਦੇ ਨਾਲ ਆਪਣੇ ਜੀਵਨ ਨੂੰ ਜੋੜਦਾ ਹੈ, ਜਿਹਨੂੰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਜੀਵਨ ਮੁਕਤ ਕਹਿੰਦੇ ਨੇ। ਕਿ ਜਿਉਂਦਿਆਂ ਜੀ ਮੁਕਤ ਹੋ ਜਾਣਾ, ਬੰਧਨਾਂ ਤੋਂ ਮੁਕਤ ਹੋ ਜਾਣਾ, ਵਿਕਾਰਾਂ ਤੋਂ ਮੁਕਤ ਹੋ ਜਾਣਾ, ਗੰਦੇ ਖਿਆਲਾਂ ਤੋਂ ਮੁਕਤ ਹੋ ਜਾਣਾ, ਬਲਕਿ ਆਪਣੇ ਆਪ ਦੇ ਅੰਦਰ ਰੋਜ਼ ਗਿਆਨ ਦਾ ਝਾੜੂ ਮਾਰਨਾ ਹੈ। ਇਸੇ ਵਾਸਤੇ ਇਹ ਯਤਨ ਹੈ ਰੋਜ਼ਾਨਾ ਗੁਰਬਾਣੀ ਦੀ ਵਿਚਾਰ ਦਾ। ਇਹ ਉਪਰਾਲਾ ਹੈ ਗੁਰਬਾਣੀ ਦੀ ਵਿਚਾਰ ਦਾ ਕਿ ਅਸੀਂ ਘੱਟੋ ਘੱਟ ਆਪਣੇ ਆਪ ਦੇ ਅੰਦਰ ਸੱਚ ਦਾ ਝਾੜੂ ਮਾਰ ਸਕੀਏ, ਅਸੀਂ ਘੱਟੋ ਘੱਟ ਆਪਣੇ ਆਪ ਦੇ ਅੰਦਰ ਝਾਤੀ ਮਾਰ ਸਕੀਏ। ਕਿਉਂਕਿ ਸਤਿਗੁਰੂ ਜੀ ਦਾ ਇਹ ਕਹਿਣਾ ਹੈ, ਕਹਿੰਦੇ ਜੇ ਤੂੰ ਅਕਲਮੰਦ ਆ ਨਾ, ਜੇ ਤੈਨੂੰ ਸਮਝ ਆ ਗਈ ਹੈ, ਜੇ ਤੂੰ ਗਿਆਨਵਾਨ ਹੋ ਗਿਆ ਹੈ, ਜੇ ਤੂੰ ਸਮਝਦਾਰ ਬਣ ਗਿਆ ਹੈ, ਤੇ ਇੱਕ ਗੱਲ ਪੱਲੇ ਬੰਨ ਲਾ ਫਰੀਦਾ, ਜੇ ਤੂੰ ਅਕਲ ਲਤੀਫ, ਤੂੰ ਅਕਲ ਆ, ਵਿਦਵਾਨ ਆ, ਲਤੀਫ ਦਾ ਅਰਥ ਹੈ ਵਿਦਵਾਨ ਆ, ਬੜਾ ਸਿਆਣਾ ਸਮਝਦਾਰ ਹੋ ਗਿਆ ਹੈ, ਤੈਨੂੰ ਸਮਝ ਆਉਣ ਲੱਗ ਪਈ ਹੈ ਗੁਰਮਤਿ ਦੀ, ਪਰ ਪਕੜ ਬਣ ਲੱਗ ਪਈ ਹੈ ਸੱਚ ਦੀ, ਫਿਰ ਇਹ ਗੱਲ ਚੇਤੇ ਰੱਖੀ, ਕੇਵਲ ਤਾਂ ਕੇਵਲ ਇਹਨੂੰ ਸਮਝੀ ਨਾ, ਇਹਨੂੰ ਜੀਵਨ ਵਿੱਚ ਇੰਪਲੀਮੈਂਟ ਵੀ ਕਰੀ। ਐਸਾ ਨਾ ਹੋਵੇ ਕਿ ਤੂੰ ਲੋਕਾਂ ਨੂੰ ਤੇ ਮੱਤਾਂ ਦੇਵੇਂ, ਪਰ ਆਪਣੇ ਅੰਦਰ ਦੇ ਪੀੜੇ ਥੱਲੇ ਸੋਟਾ ਕਦੀ ਨਾ ਮਾਰੇ। ਆਪਣੇ ਥੱਲੇ ਵੀ ਸੋਟਾ, ਪੀੜੇ ਥੱਲੇ ਸੋਟਾ ਮਾਰ ਕੇ ਵੇਖ ਲਿਆ ਕਰ। ਇਸੇ ਕਰਕੇ ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪਨੜੇ ਗਿਰੀਵਾਨ ਮੇ ਸਿਰ ਨੀਵਾਂ ਕਰ ਦੇਖ। ਸੱਚ ਜਾਣਿਓ, ਜੇ ਹਰ ਇੱਕ ਮਨੁੱਖ ਆਪਣੀ ਗਿਰਵਾਨ ਵਿੱਚ ਝਾਤੀ ਮਾਰਨ ਲੱਗ ਪਵੇਗਾ ਨਾ, ਇਹ ਫਿਰ ਦੂਸਰੇ ਨੂੰ ਤੂੰ ਕਹਿਣ ਤੋਂ ਪਹਿਲਾਂ, ਦੂਸਰੇ ਦੇ ਅਵਗੁਣ ਫਰੋਲਣ ਤੋਂ ਪਹਿਲਾਂ 100 ਵਾਰੀ ਸੋਚੇਗਾ। ਤਰਾਸਦੀ ਇੱਥੇ ਹੈ, ਇਹ ਆਪਣੇ ਆਪ ਨੂੰ ਸਿਆਣਾ ਸਮਝ ਬੈਠਾ ਹੈ ਅਤੇ ਦੂਸਰਿਆਂ ਨੂੰ ਨਲਾਇਕ ਸਮਝ ਬੈਠਾ ਹੈ, ਜਿਹਦਾ ਕਰਕੇ ਸਾਰੀ ਕਹਾਣੀ ਵਿਗੜੀ ਹੋਈ ਹੈ। ਹੁਣ ਸਤਿਗੁਰੂ ਜੀ ਉਸ ਕਹਾਣੀ ਨੂੰ ਸਵਾਰਦੇ ਨੇ ਅਤੇ ਇਹਨੂੰ ਸਿੱਧੇ ਰਾਹ 'ਤੇ ਤੋਰਦੇ ਨੇ। ਇਹੀ ਯਤਨ ਹੈ ਗੁਰਬਾਣੀ ਨੂੰ ਸਮਝਣ ਦਾ, ਵਿਚਾਰਨ ਦਾ, ਤਾਂ ਕਿ ਅਸੀਂ ਗੁਰੂ ਦੀ ਮੱਤ ਨੂੰ ਅਪਣਾ ਸਕੀਏ, ਮਨ ਦੀ ਮੱਤ ਛੱਡ ਸਕੀਏ। ਅੱਜ ਦਾ ਜਿਹੜਾ ਪਾਵਨ ਸ਼ਬਦ ਹੈ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਹੋਇਆ ਹੈ। ਸਾਹਿਬ ਜੀ ਕਿਰਪਾ ਕਰ ਰਹੇ ਨੇ, ਮਨ ਮੇਰੇ ਸਾਚਾ ਸੇਵ
ਜਿਚਰ ਸਾਸ। ਮਨ ਮੇਰੇ ਸੰਬੋਧਨਿਆ ਮਨ ਨੂੰ। ਦੇਖੋ ਸਤਿਗੁਰੂ ਜੀ ਦੇ ਬਾਰ-ਬਾਰ ਮੈਂ ਬੇਨਤੀ ਕਰਦਾ, ਸਮਝਾਉਣ ਦਾ ਤਰੀਕਾ ਬੜਾ ਵਧੀਆ। ਸਤਿਗੁਰੂ ਜੀ ਬਾਰ-ਬਾਰ ਇਸ ਚੰਚਲ ਮਨ ਨੂੰ ਸਮਝਾਉਂਦੇ ਨੇ, ਕਿਉਂਕਿ ਮਨੁੱਖ ਦਾ ਸਭ ਤੋਂ ਵੱਡਾ ਜੇ ਕੋਈ ਦੁਸ਼ਮਣ ਆ ਨਾ, ਤੇ ਉਹ ਮਨੁੱਖ ਦਾ ਮਨ ਹੈ, ਜੋ ਮਨੁੱਖ ਨੂੰ ਪਰਮਾਤਮਾ ਤੋਂ ਦੂਰ ਲੈ ਕੇ ਜਾ ਰਿਹਾ ਹੈ। ਮਨ ਦੇ ਸਵਾਰਥ ਨੇ, ਮਨ ਦੇ ਰਸ ਨੇ। ਅੱਜ ਜੋ ਕੁਝ ਅਸੀਂ ਵੇਖ ਰਹੇ ਹਾਂ, ਅੱਖਾਂ ਦੇ ਰਾਹੀਂ, ਕੰਨਾਂ ਦੇ ਰਾਹੀਂ ਸੁਣ ਰਹੇ ਹਾਂ, ਜੀਭਾ ਦੇ ਰਾਹੀਂ ਭੋਗ ਰਹੇ ਹਾਂ, ਇਹ ਸਾਰੇ ਦਾ ਸਾਰਾ ਰਸ ਕਿਹਦਾ ਹੈ? ਮਨ ਦਾ ਹੈ। ਕਦੀ ਇਮਾਨਦਾਰੀ ਨਾਲ ਵਿਚਾਰ ਕਰਿਓ, ਅੱਜ ਬਿਮਾਰੀਆਂ ਕਿਉਂ ਨੇ ਸਾਡੇ ਜਿਸਮ ਦੇ ਵਿੱਚ? ਅਸੀਂ ਰੋਗੀ ਕਿਉਂ ਹੋਏ ਪਏ ਹਾਂ? ਕਿਉਂਕਿ ਸਾਡੇ ਖਾਣੇ ਦੀ ਬੰਦਿਸ਼ ਨਹੀਂ ਹੈ, ਸਾਡੇ ਵੇਖਣ ਦੀ ਬੰਦਿਸ਼ ਨਹੀਂ ਹੈ, ਸਾਡਾ ਸੁਣਨਾ ਵਿਕਾਰੀ ਹੈ, ਸਾਡੇ ਅੰਦਰ ਜੋ ਕੁਝ ਜਾ ਰਿਹਾ ਹੈ, ਪੋਲਿਊਸ਼ਨ ਜਾ ਰਿਹਾ ਹੈ, ਹਰ ਇੱਕ ਚੀਜ਼ ਦੇ ਵਿੱਚ ਗੰਦਗੀ ਹੈ। ਜੀਭ ਦੇ ਸਵਾਦ ਵਾਸਤੇ ਅਸੀਂ ਜਿਹੜੀਆਂ ਚੀਜ਼ਾਂ ਖਾ ਰਹੇ ਹਾਂ, ਜੋ ਜ਼ਹਿਰ ਨਾਲ ਭਰੀਆਂ ਪਈਆਂ ਨੇ, ਤਲੇ ਪਦਾਰਥਾਂ ਤੋਂ ਲੈ ਕੇ ਹੋਰ ਆਦਿਕ ਪਦਾਰਥ, 1 ਮਿੰਟ ਦਾ ਸਵਾਦ ਹੈ, ਜੀਭ 'ਤੇ ਰੱਖਣ ਦਾ ਸਵਾਦ ਹੈ, ਬਸ ਪੇਟ ਵਿੱਚ ਜਾ ਕੇ ਤਰਥੱਲੀ ਮਚਾ ਦਿੰਦਾ ਐਸਾ ਭੋਜਨ। ਮਨੁੱਖ ਦੇ ਸਾਰੇ ਸਰੀਰ ਦੇ ਸੰਤੁਲਨ ਨੂੰ ਵਿਗਾੜ ਦਿੰਦਾ ਹੈ। ਬਿਮਾਰੀਆਂ ਫਿਰ ਮਨੁੱਖ ਜੂਝਦਾ ਹੈ, ਫਿਰ ਗੋਲੀਆਂ ਦੇ ਫੱਕੇ ਮਾਰਨੇ ਪੈਂਦੇ ਨੇ, ਗੋਲੀਆਂ ਖਾਣੀਆਂ ਪੈਂਦੀਆਂ ਨੇ, ਕਿਉਂਕਿ ਇਹਦੀ ਜੀਭਾਂ 'ਤੇ ਸੰਤੁਲਨ ਨਹੀਂ ਹੈ। ਅਤੇ ਇਹ ਜੀਭ ਦਾ ਰਸ ਕੌਣ ਲੈ ਰਿਹਾ ਹੈ? ਮਨ। ਆਪਾਂ ਕਈ ਵਾਰੀ ਕਹਿੰਦੇ ਹਾਂ, ਜੇ ਮੇਰਾ ਮਨ ਕਰਦਾ ਜਲੇਬੀਆਂ ਖਾਣ ਨੂੰ, ਅੱਜ ਮੇਰਾ ਮਨ ਕਰਦਾ ਹੈ ਵੀ ਅੱਜ ਮੈਂ ਫਲਾਨਾ ਭੋਜਨ ਖਾਵਾਂ, ਪਤਾ ਹੈ ਵੀ ਇਹ ਭੋਜਨ ਮੇਰੇ ਵਾਸਤੇ ਨੁਕਸਾਨ ਕਰੇਗਾ, ਪਰ ਖਾ ਰਿਹਾ ਹੈ, ਮਨ ਕਹਿੰਦਾ ਹੈ। ਜਦ ਕਿ ਮਨ ਦਾ ਕੋਈ ਸਵਾਰਥ ਹੀ ਨਹੀਂ, ਜੀਭ ਦਾ ਸਿਰਫ ਰਸ ਆ ਕਿ ਮਨੁੱਖ ਨੂੰ ਇਹ ਦੱਸਣਾ ਹੈ ਵੀ ਆਹ ਲੂਣ ਆ, ਆਹ ਮਿੱਠਾ ਹੈ, ਇਹ ਕੌੜਾ ਹੈ, ਇਹ ਕਸੈਲਾ ਹੈ, ਇਹ ਜੀਭ ਦਾ ਕੰਮ ਆ। ਪੇਟ ਦੇ ਵਿੱਚ ਉਹ ਚੀਜ਼ ਲੈ ਕੇ ਜਾਣੀ ਹੈ ਜਿਹੜੀ ਪੇਟ ਨੂੰ ਲਾਭਦਾਇਕ ਦੇਵੇ। ਮਨੁੱਖ ਦਾ ਭੋਜਨ ਸੰਤੁਲਨ ਨਹੀਂ ਹੈ। ਤੂੰ ਸਤਿਗੁਰੂ ਨੂੰ ਕਹਿਣਾ ਪਿਆ ਬਾਣੀ ਦੇ ਵਿੱਚ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੇ ਤਨ ਪੀੜੀ ਹੈ, ਮਨ ਮੈਂ ਚਲੇ ਵਿਕਾਰ। ਸਿੱਖ ਦੀ ਜਿਹੜੀ ਲਾਈਫ ਹੈ ਨਾ, ਉਹ ਬੜੀ ਬੈਲੈਂਸ ਕੀਤੀ ਹੈ ਸਤਿਗੁਰੂ ਨੇ। ਸਿੱਖ ਦਾ ਜੀਵਨ ਬੜਾ ਚੜ੍ਹਦੀ ਕਲਾ 'ਚ, ਫਿਜ਼ੀਕਲੀ ਤੌਰ 'ਤੇ ਸਿੱਖ ਫਿੱਟ ਕੀਤਾ ਹੈ, ਤਾਂ ਕਿ ਜੇ ਸਿੱਖ ਫਿਜ਼ੀਕਲੀ ਤੌਰ 'ਤੇ ਫਿੱਟ ਤਾਂ ਰਹੇਗਾ ਜੇ ਇਹਦੇ ਭੋਜਨ ਦੇ ਵਿੱਚ ਸੱਚ ਹੋਵੇਗਾ। ਉਹ ਭੋਜਨ ਵਿੱਚ ਸੱਚ ਤਾਂ ਹੋਵੇਗਾ ਜੇ ਇਹਦੇ ਕੋਲ ਗੁਰਮਤਿ ਦੀ ਸਮਝ ਹੋਵੇਗੀ। ਤੋ ਸਾਹਿਬ ਕਹਿੰਦੇ ਨੇ, ਮਨ ਨੂੰ ਸਮਝਾ ਰਹੇ ਨੇ, ਐ ਮਨ ਤੂੰ ਚੇਤੇ ਕਰ ਇਹ ਗੱਲ ਨੂੰ, ਮੇਰੇ ਮਨ ਮੇਰੇ, ਹੇ ਮੇਰੇ ਮਨ ਸਾਚਾ ਸੇਵ, ਸਦਾ ਥਿਰ ਰਹਿਣ ਵਾਲੇ ਪਰਿਪੂਰਨ ਪਰਮਾਤਮਾ ਅਕਾਲ ਪੁਰਖ ਦੇ ਹੁਕਮ ਨੂੰ ਮੰਨ। ਉਹਦੀ ਸੇਵਾ ਕੀ ਹੈ? ਉਹਦੇ ਹੁਕਮ ਨੂੰ ਮੰਨਣਾ, ਉਹਦੀ ਰਜ਼ਾ ਦੇ ਵਿੱਚ ਤੁਰਨਾ, ਉਹਦੇ ਭਾਣੇ ਵਿੱਚ ਤੁਰਨਾ, ਕੁਦਰਤੀ ਨਿਯਮ ਨੂੰ ਮੰਨਣਾ। ਸਾਚਾ ਸੇਵ, ਸਦਾ ਵਾਸਤੇ ਉਹਦੀ ਸੇਵਾ ਕਰ। ਕਦ ਤੱਕ? ਜਿਚਰ ਸਾਸ, ਜਦ ਤੱਕ ਤੇਰੇ ਜੀਵਨ ਦੇ ਵਿੱਚ ਸਵਾਸ ਨੇ। ਹਰ ਇੱਕ ਸਵਾਸ, ਹਰ ਇੱਕ ਸਾਹ ਤੇਰਾ ਪ੍ਰਮਾਤਮਾ ਦੀ ਯਾਦ ਵਿੱਚ ਹੋਣਾ ਚਾਹੀਦਾ ਹੈ। ਹਰ ਇੱਕ ਸਵਾਸ ਦੇ ਵਿੱਚ ਨਿਰੰਕਾਰ ਦੀ ਬੰਦਗੀ ਹੋਣੀ ਚਾਹੀਦੀ ਹੈ। ਕਿਉਂ ਭਲਾ ਗੁਰੂ ਜੀ ਨੇ ਗੱਲ ਕਹੀ? ਕਦੇ ਪੁੱਛਿਆ ਸਤਿਗੁਰੂ ਜੀ ਨੂੰ ਵੀ ਸਤਿਗੁਰੂ ਜੀ ਜਿਚਰ ਸਾਸ ਦੀ ਗੱਲ ਤੁਸੀਂ ਕਿਉਂ ਕਹਿ ਰਹੇ ਹੋ? ਕਿਉਂਕਿ ਮਨੁੱਖ ਦਾ ਸਵਾਸ ਬੜਾ ਨਿਰਭਰ ਕਰਦਾ ਹੈ। ਸਵਾਸਾਂ ਦੀ ਜਿਹੜੀ ਮਾਲਾ ਚੱਲ ਰਹੀ ਹੈ ਨਾ, ਇਹ ਇੱਕ ਇੱਕ ਸਵਾਸ ਦੇ ਉੱਤੇ ਜੇ ਕੌਨਸਨਟਰੇਟ ਕਰੀਏ, ਸਾਹ ਆ ਰਿਹਾ ਹੈ, ਸਾਹ ਜਾ ਰਿਹਾ ਹੈ। ਸਾਹ ਆ ਰਿਹਾ ਹੈ ਜਿਹੜਾ, ਉਹਦੇ ਵਿੱਚ ਮੇਰੇ ਖਿਆਲ ਕੀ ਨੇ? ਜੇ ਉਹਦੇ ਵਿੱਚ ਮੇਰੇ ਜੀਵਨ ਵਿੱਚ ਪਰਮਾਤਮਾ ਨਹੀਂ ਹੈ, ਜੇ ਉਹ ਸਵਾਸ ਮੈਂ ਜੀਉ ਰਿਹਾ ਹੈ ਕਿਸੇ ਦੇ ਲਾਲਚ ਦੇ ਵਿੱਚ, ਕਿਸੇ ਸਵਾਰਥ ਦੇ ਵਿੱਚ, ਕਿਸੇ ਪਦਾਰਥਵਾਦ ਦੇ ਵਿੱਚ, ਉਹ ਸਵਾਸ ਦੇ ਵਿੱਚ ਵਿਕਾਰ ਹੋਣਗੇ। ਹੁਣ ਉਹ ਸਾਸ ਦੀ ਜਿਹੜੀ ਉਸ ਸਮੇਂ ਦੀ ਪ੍ਰਕਿਰਿਆ ਬਣ ਰਹੀ ਹੈ ਆਉਣ ਜਾਣ ਦੀ, ਉਹਦੇ ਵਿੱਚ ਕੀ ਹੋ ਰਿਹਾ ਹੈ? ਮੰਦੀਆਂ ਵਾਸ਼ਨਾਵਾਂ, ਮੰਦੇ ਖਿਆਲ, ਕ੍ਰੋਧ, ਲੋਭ, ਮੋਹ, ਹੰਕਾਰ ਮੇਰੇ ਅੰਦਰ ਧੜਾ ਧੜ ਜਾ ਰਿਹਾ, ਧੜਾ ਧੜ ਜਾ ਰਿਹਾ। ਮਤਲਬ ਗੱਲ ਕੀ, ਮੇਰੇ ਅੰਦਰ ਗੰਦਗੀ ਜਾ ਰਹੀ ਹੈ। ਪਰ ਜੇ ਮੇਰੇ ਕੋਲ ਗੁਰਬਾਣੀ ਹੈ, ਹੁਣ ਸਤਿਗੁਰੂ ਦੀ ਮੱਤ ਕੀ ਕਹਿ ਰਹੀ ਹੈ? ਸਤਿਗੁਰੂ ਮਨ ਮੇਰੇ ਸਾਚਾ ਸੇਵ, ਹੇ ਮੇਰੇ ਮਨ ਸਦਾ ਰਹਿਣ ਵਾਲੇ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਤੁਰ, ਉਹਦੀ ਰਜ਼ਾ ਦੇ ਵਿੱਚ ਤੁਰ। ਇਹੀ ਉਹਦੀ ਸੇਵਾ ਹੈ। ਜਿਚਰ ਸਾਸ, ਕਦ ਤੱਕ? ਜਦ ਤੱਕ ਤੇਰੇ ਅੰਦਰ ਸਵਾਸ ਨੇ। ਗੱਲ ਕੀ, ਹਰ ਸਵਾਸ ਦੇ ਵਿੱਚ
ਤੈਨੂੰ ਪਰਮਾਤਮਾ ਯਾਦ ਹੋਣਾ ਚਾਹੀਦਾ ਤਾਂ ਕਿ ਉਹ ਜਿਹੜੀ ਮਾਲਾ ਜਿਹੜੀ ਤੇਰੇ ਅੰਦਰ ਸਵਾਸਾਂ ਦੀ ਚੱਲ ਰਹੀ ਹੈ ਨਾ, ਉਹਦੇ ਵਿੱਚ ਕ੍ਰੋਧ ਨਾ ਜਾਵੇ, ਉਹਦੇ ਵਿੱਚ ਚੇਤੇ ਰਵੇ ਕਿ ਪਰਮਾਤਮਾ ਹੀ ਮੇਰੀ ਜ਼ਿੰਦਗੀ ਦਾ ਆਧਾਰ ਹੈ, ਹੋਰ ਕਿਸੇ ਦੇ ਮੇਰਾ ਕੋਈ ਲੈਣਾ ਦੇਣਾ ਨਹੀਂ। ਹੁਣ ਜਦੋਂ ਸਵਾਸਾਂ ਦੀ ਮਾਲਾ ਦੇ ਵਿੱਚ ਸੱਚ ਆਉਣ ਲੱਗ ਪਵੇਗਾ, ਪਰਮਾਤਮਾ ਦੀ ਯਾਦ ਆਉਣ ਲੱਗ ਪਵੇਗੀ, ਫਿਰ ਹਰ ਵਕਤ ਇਹ ਜੀਵਨ ਰਹੇਗਾ। ਕਿਤੇ ਹਲਕੀ ਜੀ ਸੈਕਿੰਡ ਦੇ ਵਿੱਚ ਕਿਤੇ ਮਨ ਭਟਕਣ ਵੀ ਲੱਗਾ, ਤੁਰੰਤ ਪਰਮਾਤਮਾ ਦੇ ਨਾਲ ਜੁੜੀ ਹੋਈ ਸੁਰਤ ਇਸ ਨੂੰ ਦੁਬਾਰਾ ਇਹਦੇ ਮਨ ਨੂੰ ਗੁਰੂ ਦੇ ਚਰਨਾਂ ਵਿੱਚ ਲੈ ਆਵੇਗੀ। ਤੋ ਸਭ ਕਹਿੰਦੇ ਬਿਨ ਸੱਚੇ ਸਭ ਕੂੜ ਹੈ, ਅੰਤੇ ਹੋਏ ਵਿਨਾਸ਼। ਕਹਿੰਦੇ ਹੇ ਮੇਰੇ ਮਨ, ਇਹ ਚੇਤਾ ਰੱਖ, ਜੋ ਕੁਝ ਤੂੰ ਆਪਣੀਆਂ ਦਿਸਦੀਆਂ ਅੱਖਾਂ ਤੋਂ ਦੇਖ ਰਿਹਾ, ਜੋ ਕੁਝ ਤੂੰ ਨਜ਼ਾਰੇ ਤੱਕ ਰਿਹਾ, ਇਹ ਚੇਤਾ ਰੱਖੀ, ਜੇ ਸੱਚਾ ਪਰਮਾਤਮਾ ਦੀਆਂ ਜੀਵਨ ਵਿੱਚ ਖਿਆਲ ਨਹੀਂ ਨਾ, ਜੇ ਪਰਮਾਤਮਾ ਦਾ ਪਿਆਰ ਜੀਵਨ ਵਿੱਚ ਨਹੀਂ ਨਾ, ਫਿਰ ਚੇਤਾ ਰੱਖੀ ਸਭ ਕੂੜ ਹੈ। ਜੇ ਤੂੰ ਪਰਮਾਤਮਾ ਦੀਆਂ ਅੱਖਾਂ ਤੋਂ ਨਹੀਂ ਵੇਖ ਰਿਹਾ, ਖਿਆਲ ਕਰਨਾ ਸੂਰਜ ਨੂੰ ਗ੍ਰਹਿ ਲੱਗ ਜਾਵੇ ਨਾ, ਤੇ ਕਹਿੰਦੇ ਨੈਕਡ ਆਈ ਦੇ ਨਾਲ ਨਹੀਂ ਦੇਖਣਾ, ਖੁੱਲੀਆਂ ਅੱਖਾਂ ਨਾਲ ਨਹੀਂ ਦੇਖਣਾ, ਨੰਗੀਆਂ ਅੱਖਾਂ ਨਾਲ ਨਹੀਂ ਦੇਖਣਾ, ਉੱਪਰ ਐਨਕ ਲਾਓ ਤਾਂ ਦੇਖੋ, ਕਿਉਂਕਿ ਅੱਖਾਂ ਨੂੰ ਨੁਕਸਾਨ ਨਾ ਕਰੇ। ਇਵੇਂ ਹੀ ਅਸੀਂ ਆਪਣੀਆਂ ਅੱਖਾਂ ਦੇ ਅੱਗੇ ਕੇਵਲ ਤਾਂ ਕੇਵਲ ਸੰਸਾਰੀ ਐਨਕ ਲਾਈ ਹੈ, ਊਚ ਨੀਚ ਦੀ ਐਨਕ ਲਾਈ ਹੈ, ਅਮੀਰੀ ਗਰੀਬੀ ਦੀ ਐਨਕ ਲਾਈ ਹੈ, ਜਾਤ ਪਾਤ ਦੀਆਂ ਐਨਕਾਂ ਲਾਈਆਂ ਨੇ, ਅਸੀਂ ਉਹਨਾਂ ਨਾਲ ਦੇਖ ਰਹੇ ਹਾਂ। ਸਭ ਕਹਿੰਦੇ ਆਹ ਐਨਕਾਂ ਲਾ ਕੇ ਪਰਮਾਤਮਾ ਦੀਆਂ ਲਾ। ਸਨਾਨਕ ਸੇ ਅਖੜੀਆਂ ਬੇਅਨ, ਜਿੰਨੀ ਦਿਸਣ ਦੋ ਮਾਂ ਪਿਰੀ। ਧਰਮ ਦੀਆਂ ਅੱਖਾਂ ਲਾ, ਗੁਰਮਤਿ ਦੀਆਂ ਅੱਖਾਂ ਲਾ, ਗੁਰਬਾਣੀ ਦੀਆਂ ਅੱਖਾਂ ਲਾ, ਤਾਂ ਕਿ ਤੇਰੀਆਂ ਅੱਖਾਂ ਸੱਚ ਵੇਖਣ, ਤੇਰੀਆਂ ਅੱਖਾਂ ਇੰਨੀਆਂ ਗਹਿਰਾਈ ਤੱਕ ਜਾ ਕੇ ਦੇਖ ਸਕਣ, ਤੂੰ ਝੂਠ ਤੇ ਸੱਚ ਦੀ ਜਿਹੜੀ ਹੈ ਨਾ, ਉਹ ਝੂਠ ਤੇ ਸੱਚ ਦੀ ਪਰਖ ਕਰ ਸਕੇ, ਤੈਨੂੰ ਸਮਝ ਆ ਸਕੇ ਕਿ ਝੂਠ ਕੀ ਹੈ ਤੇ ਸੱਚ ਕੀ ਹੈ। ਤੋ ਇਹ ਸਭ ਕਹਿੰਦੇ ਤਾਂ ਸਮਝ ਆਵੇਗਾ ਜੇ ਤੂੰ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਸੱਚੇ ਨਾਲ ਪਿਆਰ ਪਾਵੇਂਗਾ। ਫਿਰ ਇਹ ਸਮਝ ਪੈ ਗਈ ਬਿਨ ਸੱਚੇ ਸਭ ਕੂੜ ਹੈ, ਪਰਮਾਤਮਾ ਤੋਂ ਬਿਨਾਂ ਸਭ ਕੁਝ ਝੂਠ ਹੈ, ਅੰਤੇ ਹੋਏ ਵਿਨਾਸ਼। ਆਖਰ ਨੂੰ ਜੋ ਕੁਝ ਦੇਖ ਰਿਹਾ ਇਹ ਸਭ ਨਾਸ਼ ਹੋ ਜਾਣਾ ਹੈ, ਕੋਈ ਵੀ ਨਾ ਨਾਲ ਨਿਭਿਆ ਹੈ ਤੇ ਨਾ ਨਾਲ ਨਿਭੇਗਾ। ਪਹਿਲਾ ਬੰਦ ਹੈ ਪਾਵਨ ਸ਼ਬਦ ਦਾ। ਜੇ ਗੱਲ ਸਮਝ ਆ ਗਈ ਹੈ ਤਾਂ ਸਭ ਕਹਿੰਦੇ ਫਿਰ ਪਤਾ ਕੀ ਕਰ, ਰਸਨਾ ਸੱਚਾ ਸਿਮਰਿਐ, ਮਨ ਤਨ ਨਿਰਮਲ ਹੋਏ। ਫਿਰ ਹੇ ਜੀਵ, ਇਸ ਜੀਵ ਦੇ ਨਾਲ ਸੱਚਾ ਸਿਮਰਿਐ, ਸਦਾ ਕਾਇਮ ਰਹਿਣ ਵਾਲਾ ਸੱਚਾ ਪਰਮਾਤਮਾ, ਉਹਨੂੰ ਯਾਦ ਰੱਖ, ਉਹਨੂੰ ਚੇਤੇ ਕਰ, ਬਾਰ-ਬਾਰ ਜੀਵ ਦੇ ਨਾਲ ਪ੍ਰੀਤਮ ਦੇ ਗੁਣ ਗਾ, ਉਹਦੀ ਉਸਤਤ ਕਰ, ਉਹਦੇ ਹੁਕਮ ਦੇ ਵਿੱਚ ਚੱਲ। ਫਿਰ ਕੀ ਹੋਵੇਗਾ, ਮਨ ਤਨ ਨਿਰਮਲ ਹੋਏ। ਜਦੋਂ ਜੀਭਾਂ ਤੋਂ ਗੰਦਗੀ ਅੰਦਰ ਨਹੀਂ ਜਾਵੇਗੀ, ਮਨ, ਮਨੁੱਖ ਦਾ ਮਨ ਤਨ ਨਿਰਮਲ ਹੋਏ, ਮੈਲ ਤੋਂ ਰਹਿਤ ਹੋ ਜਾਵੇਗਾ, ਪਵਿੱਤਰ ਹੋ ਜਾਵੇਗਾ। ਹੁਕਮ ਦੇ ਵਿੱਚ ਤੁਰਿਆ ਜਦੋਂ ਇਹ ਜੀਭਾ ਸੱਚ ਨਾਲ ਜੁੜੇਗੀ, ਸੱਚ ਦੀ ਗੱਲ ਕਰੇਗੀ, ਰਸਨਾ ਹਰ ਵਕਤ ਪ੍ਰੀਤਮ ਨੂੰ ਚੇਤੇ ਕਰੇਗੀ, ਹਰ ਵਕਤ ਉਹਦੇ ਹੀ ਗੁਣ ਗਾਵੇਗੀ, ਫਿਰ ਅੰਦਰ ਕੀ ਜਾਵੇਗਾ, ਪਵਿੱਤਰਤਾ ਜਾਵੇਗੀ। ਜੇ ਮੇਰੀ ਰਸਨਾ ਤੇ ਗਾਲਾਂ ਨੇ, ਮੇਰੀ ਰਸਨਾ ਤੇ ਗੰਦਗੀ ਹੈ, ਗੰਦੇ ਬੋਲ ਨੇ, ਅੰਦਰ ਕਿੱਥੇ ਜਾ ਰਹੇ ਨੇ, ਉਹ ਮੇਰੇ ਅੰਦਰ ਜਾ ਰਹੇ ਨੇ ਨਾ, ਮੇਰੇ ਅੰਦਰ ਜਾ ਕੇ ਕੀ ਕਰਨਗੇ, ਗੰਦਗੀ ਪੈਦਾ ਕਰਨਗੇ। ਪਰ ਜੇ ਇਹ ਰਸਨਾ ਸੱਚਾ ਸਿਮਰੀ ਹੈ, ਜੇ ਇਹ ਰਸਨਾ ਸਦਾ ਅਟਲ ਰਹਿਣ ਵਾਲੇ ਪਰਮਾਤਮਾ ਦੇ ਗੁਣ ਗਾਵੇਗੀ, ਫਿਰ ਕੀ ਹੋਵੇਗਾ, ਮਨ ਤਨ ਨਿਰਮਲ ਹੋਏ। ਫਿਰ ਮਨੁੱਖ ਦਾ ਮਨ, ਮਨੁੱਖ ਦਾ ਤਨ ਮੈਲ ਰਹਿਤ ਹੋ ਜਾਵੇਗਾ, ਨਿਰਮਲ ਹੋ ਜਾਵੇਗਾ। ਮਾਤ ਪਿਤਾ ਸਾਕ ਅਗਲੇ, ਤਿਸ ਬਿਨ ਅਵਰ ਨਾ ਕੋਏ। ਸਾਹਿਬ ਕਹਿੰਦੇ ਇੱਕ ਗੱਲ ਭਲੀ ਭਾਂਤ ਚੇਤੇ ਰੱਖ, ਭਾਵੇਂ ਮਾਂ ਹੈ ਭਾਵੇਂ ਪਿਤਾ ਹੈ, ਇਹ ਜਿਤਨੇ ਸਾਕ ਸੰਬੰਧੀ ਨੇ ਨਾ, ਇਹ ਸਾਰੇ ਤੈਨੂੰ ਇਸ ਸੰਸਾਰ ਦੇ ਵਿੱਚ ਪਰਮਾਤਮਾ ਦੀ ਯਾਦ ਦਿਵਾਉਣ ਵਾਸਤੇ ਦਿੱਤੇ ਨੇ। ਤਾਂ ਹੀ ਗੁਰੂ ਅਮਰਦਾਸ ਸਾਹਿਬ ਕਹਿੰਦੇ ਨਾ, ਪਰਿਵਾਰ ਭਲਾ ਪਾਇਆ ਲਿਵ ਛੁੜਕੀ, ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਕਹਿੰਦੇ ਪਰਿਵਾਰ ਤੇ ਇਹਨੂੰ ਦਿੱਤਾ ਸੀ ਤਾਂ ਕਿ ਇਹ ਪਰਮਾਤਮਾ ਦੇ ਗੁਣ ਗਾ ਸਕੇ, ਪਰ ਪਰਮਾਤਮਾ ਤੋਂ ਲਿਵ ਤੋੜ ਕੇ ਪਰਿਵਾਰ ਦਾ ਹੀ ਬਣ ਕੇ ਰਹਿ ਗਿਆ ਹੈ, ਨਿਰੰਕਾਰ ਜੀਵਨ ਵਿੱਚੋਂ ਭੁਲਾ ਦਿੱਤਾ ਹੈ। ਮਾਤ ਪਿਤਾ ਸਾਕ ਅਗਲੇ, ਮਾਤਾ ਪਿਤਾ ਆ ਜਿੰਨੇ ਵੀ ਸਾਕ ਨੇ, ਇਹ ਸਾਰੇ ਦੇ ਸਾਰੇ
परमात्मा तो बिना व्यर्थ ने। ये माता पिता का संजोग, साडी पैदाइश, ये सब परमात्मा का हुक्म आ। पर माता पिता दे ये रिश्तेदार, ये साक संबंधी, ये मित्र दोस्त जितने भी ने, सब कहते तिस बिन अवर ना कोई। परमात्मा तो बिना होर कोई भी सहायक नहीं, कोई भी परमात्मा तो बिना सहायक नहीं। उही निरंकार है जो सदा तेरे अंग संग है, तेरी सहायता करने वाला है। माता पिता भी उदों तक ने जब तक संसार दे विच है। ये जो कुछ रिश्ते नाते ने ये सब झूठ ने। तो सब कहते चेता रख, जगत दे विच माँ प्यो बथेरे साक ने, ये सारे दे सारे परमात्मा तो बिना साथ निभण वाले ने। ये इत्थे ही रह जाने ने। ना कदी किसी दी माँ किसी नाल गई है, ना पिता किसी नाल गया है। सब कहते जाना है परमात्मा दा याद, हर वक्त परमात्मा दा चिंतन, ਉਹਦੇ जीवन ਨੂੰ समझना, सच विच परमात्मा ਨੂੰ अपने ਸਵਾਸਾਂ ਵਿੱਚ ਲੈ ਕੇ ਆਉਣਾ। ਜਿੱਦਣ ਇਹ ਗੱਲ समझ आ जाएगी ना, उदण तेरी सोच का दायरा वड्डा हो जाएगा। उदण तेरी समझ संसार तक नहीं रहेगी, तेरी समझ का दायरा वड्डा हो जाएगा। तेरे अंदर प्यार, सहनशीलता, मिठास जन्म लैन लग पवेगी। मेहर करे जे अपनी, जस्सा न विसरै सोए। परमात्मा की मेहर का पात्र बनने वास्ते ਉਹਦੇ हुक्म च तुरना पेगा। तो सब कहते जदों ਉਹਦੀ मेहर बन जाती है ना, फिर ਜਦੋਂ ਉਹ ਆਪਣੀਆਂ ਰਹਿਮਤਾਂ ਕਰ ਦਿੰਦਾ ਹੈ, ਫਿਰ ਇੱਕ ਚਸਾ, ਚਸਾ ਦਾ ਅਰਥ ਹੈ ਰੱਤਾ ਭਰ ਸਮੇਂ ਲਈ ਵੀ ਅੱਖ ਦੀ ਫੋਰਕ ਨੂੰ ਝਮਕਣਾ। ਇੱਕ ਚਸਾ ਵਾਸਤੇ ਵੀ ਫਿਰ परमात्मा ਜੀਵਨ ਵਿੱਚੋਂ ਨਹੀਂ ਵਿਸਰਦਾ, ਹਰ ਵਕਤ ਉਹ ਜੀਵਨ ਵਿੱਚ ਰਹਿੰਦਾ ਹੈ। ਮੇਰੇ मन मेरे साचा सेव जिचर सास। फिर हे मेरे मन, जिन्ना चिर तेरे शरीर विच साह चल रहे हैं, हर सुआस दे विच परमात्मा नूं याद विच रख। बिन सच्चे सब कूड़ है, अंते होए विनाश। सदा थिर रहण वाले परमात्मा तो बिना होर बाकी प्रपंच सब झूठ है, जिसने आखिर नूं नाश हो जाना है, खत्म हो जाना है। रहाओ साहिब मेरा निर्मला, तिस बिन रहन ना जाए। सब कहते चेता रख, साहिब का अर्थ है मालक। मेरे जीवन का जिहड़ा मालक है ना, जिहड़ा परमात्मा है, वो की है? निर्मला। वो मैल तो रहत है, उहदे उपर कोई मैल नहीं है विकारां दी। तिस बिन रहन ना जाए, उस तो बिना होर कोई भी नहीं रहिंदा, उस तो बिना कोई भी नहीं तेरे जीवन में रह सकता। उही है जो सदा तेरे नाल रहिंदा है, तेरे अंग संग रहिंदा है। उस तो बिना रहा ही नहीं जा सकता, क्योंकि वो जीवन का आधार है, जीवन का मालक है। मेरे मन तन भुख अत अगली, कोई आण मिलावै माए। माए का अर्थ संबोधन किया है मत नूं। हे मेरी मत रूपी माँ, मैं तेरे अगे ये अरदास करदा हाँ, तू मैनू सिक्ख्या देण वाली है, पर मैं चाहुंदा तू गुरु की मत ते तुर पवें, तू गुरु के हुक्म नूं मन लवें ते मेरे मन नूं सच दे राह ते तोरें। क्योंकि ये गल समझ पै गई है, उसके दीदार वास्ते मेरे मन विच अते तन विच बहुत ज़्यादा तांग है। ये मेरे अंदर तड़फ है। ते हे मेरी मत रूपी माँ, किरपा कर मैनू सच्चे गुरु नाल मेरी सांझ पा, ताकि मैं गुरु की मत ते चल के परमात्मा दे नाल अपने जीवन नूं जोड़ सकां। मेरा मन तन भुख अत अगली। मेरे मन अते तन विच कादी भुख आ? परमात्मा नूं मिलण दी, परमात्मा नाल सांझ पाउण दी। कोई आण मिलावे माए। हे मेरी मत रूपी माँ, मैनू मेरे गुरु दे नाल मेरा रिश्ता जोड़, ताकि गुरु दे कोलों ज्ञान लैके मैं उहदे नाल इकमिक हो सकां। चारे कुंडा भालियां, शै बिन अवर न कोए। सब कहते मैं हर एक संसार दी, हर एक कुंडा दे विच, हर जगह जरे जरे दे विच घूम फिर के देख लिया है, भाल के देख लिया है, हर जगह घूम फिर के देख लिया है। शै बिन अवर ना कोई।
ਖਸਮ ਪਰਿਪੂਰਨ ਪ੍ਰਮਾਤਮਾ ਤੋਂ ਬਿਨਾ ਮੈਨੂੰ ਕੋਈ ਵੀ ਹੋਰ ਆਸਰਾ ਨਹੀਂ ਸੁਝਦਾ, ਸਹਾਰਾ ਨਹੀਂ ਸੁਝਦਾ। ਤਿਸ ਆਗੇ ਅਰਦਾਸ ਕਰ, ਜੋ ਮੇਲੇ ਕਰਤਾਰ। ਫਿਰ ਹੇ ਮੇਰੇ ਮਨ, ਸੱਚੇ ਸਤਿਗੁਰੂ ਦੇ ਅੱਗੇ ਅਰਦਾਸ ਕਰ, ਬੇਨਤੀਆਂ ਕਰ, ਕਿਉਂਕਿ ਉਹੀ ਹੈ ਜੋ ਤੈਨੂੰ ਕਰਤਾਰ ਪ੍ਰਮਾਤਮਾ ਦੇ ਨਾਲ ਮਿਲਾ ਸਕਦਾ ਹੈ। ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ। ਸਤਿਗੁਰੂ ਦਾਤਾ ਜਿਹੜਾ ਹੈ ਨਾ, ਉਹ ਹੁਕਮ ਦਾ ਹੈ, ਨਾਮ ਦਾ ਹੈ। ਉਹ ਭਰਿਆ ਪਿਆ ਹੈ ਗੁਰੂ ਜੀ ਦੇ ਨਾਮ ਨਾਲ, ਪ੍ਰਮਾਤਮਾ ਦੇ ਨਾਮ ਨਾਲ। ਧੰਨ ਗੁਰੂ ਗ੍ਰੰਥ ਸਾਹਿਬ ਦਾ ਇੱਕ ਇੱਕ ਅੱਖਰ ਮਨੁੱਖ ਨੂੰ ਪ੍ਰਮਾਤਮਾ ਨਾਲ ਜੋੜਦਾ ਹੈ। ਇਹ ਨਾਮ ਦਾ ਖਜ਼ਾਨਾ ਹੈ। ਤੇ ਜਿਹੜਾ ਸਤਿਗੁਰੂ ਤੋਂ ਮੱਤ ਲੈਂਦਾ ਹੈ, ਗੁਰੂ ਦੇ ਹੁਕਮ ਤੇ ਤੁਰ ਪੈਂਦਾ ਹੈ, ਗੁਰੂ ਜੀ ਦਾ ਗਿਆਨ ਐਕਸੈਪਟ ਕਰ ਲੈਂਦਾ ਹੈ, ਜੀਵਨ ਵਿੱਚ ਅਪਣਾ ਲੈਂਦਾ ਹੈ ਗੁਰੂ ਦੀ ਮੱਤ ਨੂੰ, ਸਭ ਕਹਿੰਦੇ ਉਹਨੂੰ ਸੱਚ ਦਾ ਖਜ਼ਾਨਾ ਮਿਲ ਜਾਂਦਾ ਹੈ। ਉਹ ਖਜ਼ਾਨਾ ਜੋ ਕਦੀ ਮੁੱਕਣ ਵਾਲਾ ਨਹੀਂ ਹੈ, ਸਦਾ ਸਦਾ ਸਾਲਾਹੀ ਹੈ, ਅੰਤ ਨਾ ਪਾਰਾਵਾਰ। ਸੱਚੇ ਸਤਿਗੁਰ ਦੀ ਸ਼ਰਨ ਵਿੱਚ ਪੈ ਕੇ, ਉਹਨੂੰ ਆਪਣਾ ਆਪਾ ਸਮਰਪਣ ਕਰਕੇ, ਉਹਦੇ ਗੱਲਾਂ ਦੇ ਨਾਲ ਆਪਣੇ ਜੀਵਨ ਨੂੰ ਜੋੜ ਕੇ, ਉਹਦੇ ਨਾਲ ਸਾਂਝ ਪਾ ਕੇ, ਸਭ ਕਹਿੰਦੇ ਕਰ ਕੀ, ਸਦਾ ਵਾਸਤੇ ਸੱਚੇ ਪ੍ਰਮਾਤਮਾ ਦੀ ਸਿਫਤ ਸਲਾਹ ਕਰ। ਕਿਉਂਕਿ ਜਿਸ ਦੇ ਗੁਣਾਂ ਦਾ ਕੋਈ ਵੀ ਅੰਤ ਨਹੀਂ ਪਾ ਸਕਦਾ, ਜਿਸ ਦੇ ਗੁਣਾਂ ਦਾ ਸਮੁੰਦਰ ਦਾ, ਜਿਸ ਦੇ ਗੁਣਾਂ ਦੇ ਸਮੁੰਦਰ ਦਾ ਕੋਈ ਹੱਦ ਬੰਨਾ ਨਹੀਂ ਦੱਸ ਸਕਦਾ। ਪਾਰਾਵਾਰ ਦਾ ਅਰਥ ਆ ਇੱਧਰਲਾ ਤੇ ਪਰਲਾ ਬੰਨਾ। ਇੱਕ ਜਿਵੇਂ ਸੂਰਜ ਦਾ, ਸਮੁੰਦਰ ਦਾ ਕੋਈ ਐਸ ਕੰਢੇ ਤੇ ਹੋ ਕੇ ਆ ਕੇ ਮੈਂ ਦੂਸਰੇ ਕੰਢੇ ਤੇ ਪਹੁੰਚ ਸਕਦਾ, ਬਹੁਤ ਔਖਾ ਹੈ। ਇਵੇਂ ਪ੍ਰਮਾਤਮਾ ਹੈ। ਸਭ ਕਹਿੰਦੇ ਸਦਾ ਸਦਾ ਸਲਾਈ ਹੈ, ਸਦਾ ਵਾਸਤੇ ਸੋਹਣੇ ਨਿਰੰਕਾਰ ਪ੍ਰਮਾਤਮਾ ਦੀ ਹੀ ਸਿਫਤ ਸਲਾਹ ਕਰ, ਅੰਤ ਨਾ ਪਾਰਾਵਾਰ, ਜਿਹਦੇ ਗੁਣਾਂ ਦਾ ਕੋਈ ਵੀ ਅੰਤ ਜਾਂ ਪਾਰ ਦੱਸਿਆ ਨਹੀਂ ਜਾ ਸਕਦਾ। ਪਰਵਦਗਾਰ ਸਲਾਹੀ ਹੈ, ਜਿਸ ਦੇ ਚਲਤ ਅਨੇਕ। ਪਰਵਦਗਾਰ, ਪਰਵਦਗਾਰ ਦਾ ਅਰਥ ਆ ਪਾਲਣ ਵਾਲਾ। ਸਲਾਹੀ ਹੈ, ਉਹਦੀ ਸਿਫਤ ਸਲਾਹ ਕਰ, ਜਿਸ ਦੇ ਚਲਤ ਅਨੇਕ। ਚਲਤ ਦਾ ਅਰਥ ਆ ਚੋਜ, ਕੌਤਕ, ਤਮਾਸ਼ੇ। ਕਹਿੰਦੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਪੈ ਕੇ ਉਸ ਪਾਲਣਹਾਰ ਪ੍ਰੀਤਮ ਪ੍ਰਮਾਤਮਾ ਦੀ ਸਿਫਤ ਸਲਾਹ ਕਰ, ਜਿਸ ਦੇ ਅਨੇਕਾਂ ਕੌਤਕ ਨੇ, ਜੋ ਦਿਸਦੇ ਨਹੀਂ, ਜੋ ਜਾਣੇ ਨਹੀਂ ਜਾ ਸਕਦੇ। ਉਹਨੂੰ ਸਮਝਿਆ ਕੇਵਲ ਜਾ ਸਕਦਾ ਹੈ ਗੁਰਬਾਣੀ ਦੇ ਨਾਲ। ਤੇ ਜਦੋਂ ਸਮਝ ਆਉਂਦੀ ਹੈ, ਫਿਰ ਉਹਦੀਆਂ ਰਹਿਮਤਾਂ ਦਾ ਅਹਿਸਾਸ ਹੁੰਦਾ ਹੈ। ਫਿਰ ਜਦੋਂ ਸੱਚ ਦੀਆਂ ਅੱਖਾਂ ਨਾਲ ਕੁਦਰਤ ਨੂੰ ਦੇਖੀਦਾ ਹੈ, ਫਿਰ ਮਨੁੱਖ ਹੈਰਾਨ ਹੁੰਦਾ ਹੈ। ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ। ਅੰਤ ਕਾਰਨ ਕੇਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਏ। ਸਭ ਕਹਿੰਦੇ ਫਿਰ ਤੇ ਉਹਦਾ ਕੋਈ ਪਾਰਾਵਾਰ ਦੱਸ ਹੀ ਨਹੀਂ ਸਕਦਾ। ਸਦਾ ਸਦਾ ਆਰਾਧੀ ਹੈ, ਏਹਾ ਮਤ ਵਿਸੇਖ। ਵਿਸੇਖ ਦਾ ਅਰਥ ਹੈ ਚੰਗੀ, ਵਿਸ਼ੇਸ਼। ਸਦਾ ਸਦਾ ਆਰਾਧੀ ਹੈ, ਕਹਿੰਦੇ ਫਿਰ ਸਦਾ ਵਾਸਤੇ ਹੇ ਮੇਰੇ ਮਨ, ਸੱਚੇ ਪ੍ਰਮਾਤਮਾ ਦੀ ਹੀ ਹੁਕਮ ਦੇ ਵਿੱਚ ਤੁਰ, ਉਹਦੀ ਹੀ ਆਰਾਧਨਾ ਕਰ, ਉਹਨੂੰ ਹੀ ਚੇਤੇ ਕਰ, ਕਿਉਂਕਿ ਉਹ ਤੋਂ ਬਿਨਾਂ ਕੋਈ ਤੈਨੂੰ ਚੰਗੀ ਅਕਲ ਦੇ ਹੀ ਨਹੀਂ ਸਕਦਾ। ਸਭ ਤੋਂ ਚੰਗੀ ਅਕਲ, ਸਭ ਤੋਂ ਚੰਗੀ ਮੱਤ ਜੇ ਕਿਤੇ ਉਹ ਮਿਲਦੀ ਹੈ ਤੇ ਉਹ ਪ੍ਰਮਾਤਮਾ ਨਾਲ ਜੁੜ ਕੇ ਮਿਲਦੀ ਹੈ। ਕਿਉਂਕਿ ਪ੍ਰਮਾਤਮਾ ਸੱਚ ਹੈ, ਤੇ ਜਿਹਦੇ ਕੋਲ ਸੱਚ ਦੀ ਮੱਤ ਆ ਜਾਂਦੀ ਹੈ ਨਾ, ਉਹ ਫਿਰ ਸਤਿਗੁਰੂ ਦੇ ਗੁਰੂ ਸ਼ਬਦ ਦੀ ਮੱਤ ਲੈ ਕੇ ਆਪਣਾ ਰੋਮ ਰੋਮ, ਅੰਗ ਅੰਗ ਪਵਿੱਤਰ ਕਰ ਲੈਂਦਾ ਹੈ। ਉਹ ਫਿਰ ਝੂਠ ਦੇ ਸਾਥੀ ਨਹੀਂ ਬਣਦਾ। ਉਹ ਦੁਨੀਆ ਦੀ ਹਰ ਇੱਕ ਵੱਡੀ ਤੋਂ ਵੱਡੀ ਝੂਠ ਸ਼ਕਤੀ ਦੇ ਨਾਲ ਟਕਰਾ ਜਾਂਦਾ ਹੈ, ਕਿਉਂਕਿ ਉਹਨੂੰ ਸਮਝ ਰਹਿੰਦੀ ਹੈ ਪ੍ਰਮਾਤਮਾ ਮੇਰੇ ਨਾਲ ਹੈ। ਇੱਕ ਗੱਲ ਚੇਤੇ ਰੱਖਿਓ, ਪ੍ਰਮਾਤਮਾ ਦੀ ਸਮਝ ਮਨੁੱਖ ਨੂੰ ਕਮਜ਼ੋਰ ਨਹੀਂ ਬਣਾਉਂਦੀ। ਪ੍ਰਮਾਤਮਾ ਦੀ ਸਮਝ ਮਨੁੱਖ ਨੂੰ ਇਨਕਲਾਬੀ ਬਣਾਉਂਦੀ ਹੈ। ਜਿਹਨੂੰ ਪ੍ਰਮਾਤਮਾ ਦੀ ਸਮਝ ਆਈ, ਉਹ ਇਨਕਲਾਬੀ ਹੋ ਗਏ, ਰੈਵੋਲੂਸ਼ਨਰੀ ਸੋਚ ਦੇ ਧਾਰਨੀ ਹੋ ਗਏ। ਉਹਨਾਂ ਨੇ ਕਦੀ ਗੁਲਾਮੀ ਐਕਸੈਪਟ ਨਹੀਂ ਕੀਤੀ। ਉਹਨਾਂ ਨੇ ਡਟ ਕੇ ਡੰਕੇ ਦੀ ਚੋਟ ਉੱਤੇ ਸੱਚ ਦੀ ਗੱਲ ਕਹੀ, ਭਾਵੇਂ ਉਹ ਬਾਬਾ ਕਬੀਰ ਜੀ ਸਨ, ਭਾਵੇਂ ਉਹ ਭਗਤ ਨਾਮਦੇਵ ਜੀ ਸਨ, ਤੇ ਭਾਵੇਂ ਗੁਰੂ ਸਾਹਿਬਾਨ ਸਨ।
ਉਹ ਸਾਡੇ ਵਾਂਗੂ ਗੁਰਮਤਿ ਦੀ ਗੱਲ ਸਮਝੀਏ। ਸਤਿਗੁਰੂ ਜੀ ਕਿਤੇ ਵੀ ਪਰਮਾਤਮਾ ਦੀ ਟੇਕ ਰੱਖ ਕੇ ਮਨੁੱਖ ਨੂੰ ਕਮਜ਼ੋਰ ਨਹੀਂ ਬਣਾਉਂਦੇ। ਇਹ ਨਹੀਂ ਕਿ ਉਹਨੂੰ ਚੌਂਕੜਾ ਮਾਰ ਕੇ ਕਹਿੰਦੇ ਵੀ ਤੂੰ ਚੌਂਕੜਾ ਮਾਰ ਕੇ ਬਹਿ ਜਾ, ਆਪੇ ਤੇਰੇ ਕਾਰਜ ਰਾਸ ਹੋ ਜਾਣਗੇ। ਨਹੀਂ, ਉਦਮ ਕਰਨਾ ਹੈ, ਮਿਹਨਤ ਕਰਨੀ ਹੈ, ਪਰ ਸੱਚ ਵਾਲੇ ਬੰਨੇ। ਆ ਧਿਆਨ ਬੇਈਮਾਨੀ ਵਾਲੇ ਬੰਨੇ ਨਹੀਂ ਲਾਉਣਾ, ਝੂਠ ਵਾਲੇ ਬੰਨੇ ਨਹੀਂ ਲਾਉਣਾ, ਪਖੰਡ ਵਾਲੇ ਬੰਨੇ ਨਹੀਂ ਲਾਉਣਾ, ਧਿਆਨ ਸੱਚ ਵਾਲੇ ਬੰਨੇ ਲਾਉਣਾ ਹੈ। ਤੇ ਪ੍ਰਮਾਤਮਾ ਜਦੋਂ ਹਾਜ਼ਰ ਨਾਜ਼ਰ ਇਹ ਸਮਝਿਆ ਜਾਵੇਗਾ, ਮਨੁੱਖ ਦੀ ਕਰਨੀ, ਮਨੁੱਖ ਦੀ ਬੋਲਣੀ, ਉਹਦੇ ਵਿੱਚ ਇੱਕ ਮਰਿਆਦਾ ਹੋਵੇਗੀ। ਗੱਲ ਇਹ ਹੈ ਕਿ ਮਨੁੱਖ ਦੀ ਜੀਵਨ ਨੂੰ ਮਰਿਆਦਾ ਵਿੱਚ ਲੈ ਕੇ ਆਉਣਾ ਹੈ, ਇੱਕ ਨਿਯਮ ਵਿੱਚ ਲੈ ਕੇ ਆਉਣਾ ਹੈ, ਇੱਕ ਡਿਸਿਪਲਿਨ ਵਿੱਚ ਲੈ ਕੇ ਆਉਣਾ ਹੈ। ਤੇ ਇਹ ਤੋਂ ਵੱਡਾ ਹੋਰ ਕੋਈ ਤਰੀਕਾ ਨਹੀਂ ਕਿ ਜਦੋਂ ਮਨੁੱਖ ਦੇ ਮਨ ਤੇ ਤਨ ਦਾ ਮਾਲਕ ਪ੍ਰਮਾਤਮਾ ਬਣ ਜਾਵੇ, ਮਨੁੱਖ ਮਰਿਆਦਾ ਵਿੱਚ ਰਹਿ ਸਕਦਾ ਹੈ। ਕਿਉਂਕਿ ਸਤਿਗੁਰੂ ਜੀ ਨੇ ਧਰਮ ਦੇ ਨਾਂ 'ਤੇ ਕਮਜ਼ੋਰ ਹੁੰਦੇ ਲੋਕ ਵੇਖੇ ਸਨ। ਸਤਿਗੁਰੂ ਨੇ ਦੇਖਿਆ ਸੀ ਧਰਮ ਦੇ ਨਾਂ 'ਤੇ ਕਿਵੇਂ ਧਾਰਮਿਕ ਲੋਕ ਮਨੁੱਖ ਨੂੰ ਕਮਜ਼ੋਰ ਬਣਾਈ ਜਾ ਰਹੇ ਨੇ, ਮਨੁੱਖ ਨੂੰ ਨਿਆਸਰਾ ਬਣਾਈ ਜਾ ਰਹੇ ਨੇ। ਤੋ ਸਾਹਿਬ ਜੀ ਨੇ ਪਰਮਾਤਮਾ ਸੁਪਰ ਪਾਵਰ ਨਾਲ ਮਨੁੱਖ ਨੂੰ ਜੋੜਿਆ ਤੇ ਮਨੁੱਖ ਦੇ ਅੰਦਰੋਂ ਸਾਰੀਆਂ ਗੁਲਾਮੀਆਂ ਕੱਢ ਦਿੱਤੀਆਂ, ਕਮਜ਼ੋਰੀਆਂ ਕੱਢ ਦਿੱਤੀਆਂ, ਡਰ ਕੱਢ ਦਿੱਤੇ, ਸਹਿਮ ਕੱਢ ਦਿੱਤੇ, ਭਰਮ ਕੱਢ ਦਿੱਤੇ। ਵੀ ਤੈਨੂੰ ਡਰਨ ਦੀ ਕਿਸੇ ਤੋਂ ਲੋੜ ਨਹੀਂ, ਤੂੰ ਆਪਣੇ ਹੱਕ ਦੀ ਗੱਲ ਰੱਖ ਸਕਦਾ ਹੈ। ਤੈਨੂੰ ਕਿਸੇ ਤੋਂ ਘਬਰਾਉਣ ਦੀ ਲੋੜ ਨਹੀਂ, ਤੂੰ ਸੱਚ ਦੀ ਗੱਲ ਕਹਿ ਸਕਦਾ ਹੈ। ਤੇਰੇ ਕੋਲ ਪੂਰੀ ਤਾਕਤ ਹੈ, ਤੂੰ ਨਾ ਘਬਰਾ। ਇਹੀ ਗੱਲ ਸੀ ਕਿ ਬੇਅੰਤ ਸਤਿਗੁਰੂ ਜੀ ਦੇ ਸਮੇਂ ਤੋਂ ਇੱਕ ਐਸੀ ਪਾਵਰ ਇਨਕਲਾਬ ਦੀ ਉੱਠੀ, ਜਿੰਨੇ ਵੱਡੇ ਵੱਡੇ ਧੁਅੰਤਰ ਜਿਹੜੇ ਆਪਣੇ ਆਪ ਨੂੰ ਕਹਿਣ ਵਾਲੇ ਯੋਧੇ ਸੂਰਮੇ ਜਿਹੜੇ ਸਨ, ਉਹਨਾਂ ਨੂੰ ਵੀ ਹਰਾ ਕੇ ਰੱਖ ਦਿੱਤਾ। ਐਸੀ ਇੱਕ ਲਹਿਰ ਚੱਲੀ ਸਿੱਖੀ ਦੀ, ਜਿਸ ਸਿੱਖੀ ਦੀ ਲਹਿਰ ਨੇ ਤਮਾਮ ਉਹਨਾਂ ਕਰਮਕਾਂਡ ਪਖੰਡਾਂ ਨੂੰ ਜੋ ਸਮੇਂ ਦੇ ਕਈ ਸਦੀਆਂ ਤੋਂ ਚੱਲ ਰਹੇ ਸਨ, ਉਹਨੂੰ ਚੈਲੰਜ ਕਰ ਦਿੱਤਾ। ਇਹ ਉਹੀ ਕਰ ਸਕਦਾ ਹੈ ਜਿਹਨੂੰ ਇਹ ਗੱਲ ਸਮਝ ਪੈ ਜਾਵੇ, ਮੈਂ ਪਰਮਾਤਮਾ ਦਾ ਭਗਤ ਹਾਂ। ਤੋ ਆਖਰੀਆਂ ਪੰਕਤੀਆਂ ਨੇ, ਮਨ ਤਨ ਮੀਠਾ ਤਿਸ ਲੱਗੈ ਜਿਸ ਮਸਤਕ ਨਾਨਕ ਲੇਖ। ਸਭ ਕਹਿੰਦੇ ਸੱਚ ਜਾਣਿਓ, ਜੋ ਗੁਰੂ ਦੀ ਮੱਤ ਤੇ ਤੁਰਦਾ ਹੈ ਨਾ, ਜੋ ਆਪਣੇ ਮਸਤਕ ਦੇ ਵਿੱਚ ਸੱਚ ਨੂੰ ਲਿਖਦਾ ਹੈ, ਮਸਤਕ ਵਿੱਚ ਮੱਤ ਆ, ਮੱਤ ਉੱਤੇ ਗੁਰਮਤ ਲਿਖੀ ਜਾਂਦੀ ਹੈ ਨਾ, ਜਦੋਂ ਫਿਰ ਮਨੁੱਖ ਦੀ ਅਕਲ ਸਮਝਦਾਰ ਬਣ ਜਾਂਦੀ ਹੈ, ਫਿਰ ਉਹ ਸਿਆਣਾ ਹੋ ਜਾਂਦਾ ਹੈ ਗੁਰਮਤ ਦੇ ਤਲ ਤੇ। ਫਿਰ ਉਹਦਾ ਮਨ ਦੇ ਵਿੱਚ ਤੇ ਤਨ ਦੇ ਵਿੱਚ ਮਿਠਾਸ ਆ ਜਾਂਦੀ ਹੈ। ਪਰ ਇਹ ਉਹਨੂੰ ਲੱਗਦੀ ਹੈ ਜੋ ਆਪਣੇ ਮਸਤਕ ਦੇ ਵਿੱਚ ਬੈਠੀ ਮੱਤ ਨੂੰ ਗੁਰਮਤ ਦੇ ਲੇਖਾਂ ਵਿੱਚ ਲਿਖਦਾ ਹੈ, ਜੋ ਗੁਰਮਤ ਦਾ ਧਾਰਨੀ ਬਣਦਾ ਹੈ, ਅੱਜ ਨੂੰ ਸੱਚ ਵਿੱਚ ਲਿਖਦਾ ਹੈ, ਕੱਲ੍ਹ ਆਪਣੇ ਆਪ ਸੱਚ ਵਿੱਚ ਹੋ ਜਾਵੇਗਾ। ਸੋ ਅੱਜ ਦੇ ਪਾਵਨ ਸ਼ਬਦ ਵਿੱਚ ਸਾਹਿਬ ਜੀ ਨੇ, ਪੰਜਵੇਂ ਪਾਤਸ਼ਾਹ ਜੀ ਨੇ ਮਨੁੱਖ ਨੂੰ ਬਾਰ-ਬਾਰ ਇਹ ਗੱਲ ਸਮਝਾਈ ਹੈ, ਹੇ ਮਨੁੱਖ, ਮੈਂ ਚਾਹੁੰਦਾ ਤੇਰਾ ਜੀਵਨ ਨਿਰਮਲ ਹੋਵੇ, ਤੂੰ ਰੱਬ ਦਾ ਹੀ ਭਗਤ ਬਣੇ, ਕਿਸੇ ਹੋਰ ਦਾ ਬਣਨ ਦੀ ਲੋੜ ਨਹੀਂ। ਉਹਨੂੰ ਚੇਤੇ ਕਰ, ਨਿਰਮਲ ਹੋਣ ਲੱਗ ਪਵੇਗਾ। ਨਿਰੰਕਾਰ ਨਾਲ ਸਾਂਝ ਪਾਲਾ, ਮੈਲ ਤੋਂ ਰਹਿਤ ਹੋ ਜਾਵੇਗਾ। ਕਿਉਂਕਿ ਪਰਮਾਤਮਾ ਨਿਰਮਲ ਹੈ। ਜਦੋਂ ਤੂੰ ਉਸ ਨਿਰਮਲ ਪਰਮਾਤਮਾ ਦੇ ਨਾਲ ਆਪਣੇ ਜੀਵਨ ਨੂੰ ਜੋੜ ਲਵੇਂਗਾ, ਤੂੰ ਵੀ ਨਿਰਮਲ ਹੋ ਜਾਵੇਗਾ। ਹੁਣ ਇਹ ਸਾਡੇ ਉੱਤੇ ਡਿਪੈਂਡ ਆ ਕਿ ਅਸੀਂ ਆਪਣੇ ਮਨ ਨੂੰ ਪਰਮਾਤਮਾ ਨਾਲ ਜੋੜਨਾ ਹੈ ਕਿ ਸੰਸਾਰ ਨਾਲ ਜੋੜਨਾ ਹੈ। ਧਿਆਨ ਦੇਣਾ, ਇੱਕ ਆ ਸਮੁੰਦਰ ਤੋਂ ਆ ਰਿਹਾ ਸਵੱਛ ਪਾਣੀ, ਝਰਨਿਆਂ ਤੋਂ ਆ ਰਿਹਾ ਸਵੱਛ ਪਾਣੀ, ਇੱਕ ਆ ਗੰਦਗੀ ਟੈਂਕੀ ਦੇ ਵਿੱਚ ਪਿਆ ਪਾਣੀ, ਪਾਈਪ ਦੋ ਲੱਗੇ ਨੇ। ਹੁਣ ਟੈਂਕੀ ਦੇ ਵਿੱਚ ਗੰਦਗੀ ਹੈ ਤੇ ਉਹ ਪਾਣੀ ਜਦੋਂ ਮੇਰੇ ਘਰ ਆਊਗਾ, ਉਹ ਗੰਦਾ ਹੀ ਆਊਗਾ ਨਾ। ਪਰ ਮੈਂ ਸਿਆਣਪ ਵਰਤਾਂ ਜੇ ਤੇ ਮੈਂ ਉਸ ਪਾਈਪ ਨੂੰ ਲਾ ਕੇ ਜੋ ਪਾਣੀ ਦਾ ਅਮੋਲਕ ਝਰਨਾ ਸਮੁੰਦਰ ਜਾਂ ਝਰਨੇ ਨੇ ਜਾਂ ਨਦੀਆਂ ਨੇ, ਜਿੱਥੋਂ ਸਵੱਛ ਪਾਣੀ ਆ ਰਿਹਾ, ਉਧਰ ਨੂੰ ਲਾ ਦਿੱਤਾ। ਹੁਣ ਡੇਲੀ ਮੇਰੇ ਘਰ ਦੇ ਵਿੱਚ ਕੀ ਆ ਰਿਹਾ? ਨਿਰਮਲ ਤਾਜ਼ਾ ਪਾਣੀ ਆ ਰਿਹਾ। ਇਵੇਂ ਮੇਰੀ ਮੱਤ ਹੈ। ਜੇ ਮੈਂ ਆਪਣੀ ਮੱਤ ਨੂੰ ਸੰਸਾਰੀ ਲੋਕਾਂ ਨਾਲ ਜੋੜ ਲਵਾਂਗਾ, ਮੇਰੇ ਅੰਦਰ ਗੰਦੇ ਖਿਆਲ ਆਉਣਗੇ, ਗੰਦੇ ਵਿਚਾਰ ਆਉਣਗੇ, ਮੇਰਾ ਗੰਦਾ ਸੁਭਾਅ ਬਣਦਾ ਜਾਵੇਗਾ। ਤੇ ਜਦੋਂ ਗੰਦਾ ਸੁਭਾਅ ਬਣੇਗਾ, ਮੇਰਾ ਮਨ ਪ੍ਰੇਰਿਤ ਕਰੇਗਾ ਅਪਰਾਧ ਕਰਨ ਵੱਲ ਨੂੰ। ਮੇਰਾ ਮਨ ਪ੍ਰੇਰਿਤ ਕਰੇਗਾ ਤੂੰ ਅੱਖਾਂ ਤੋਂ ਗੰਦਾ ਵੇਖ, ਕਿਉਂਕਿ ਮਨ ਨੂੰ ਗੰਦਗੀ ਦੀ ਭੋਜਨ ਦੀ ਖੁਰਾਕ ਬਣ ਗਈ ਹੈ। ਜੀਭਾਂ ਨੂੰ ਕਹੇਗਾ ਤੂੰ ਗੰਦਮੰਦ ਖਾ। ਪਰ ਜੇ ਮੇਰਾ ਮਨ ਗੁਰੂ ਨਾਲ ਜੁੜ ਗਿਆ,
ਨਿਰਮਲ ਪ੍ਰਮਾਤਮਾ ਨਾਲ ਜੁੜ ਗਿਆ। ਹੁਣ ਮੇਰੇ ਅੰਦਰ ਕੀ ਵਿਚਾਰ ਪੈਦਾ ਹੋ ਰਹੇ ਨੇ? ਨਿਰਮਲ ਵਿਚਾਰ, ਨਿਰਮਲ ਖਿਆਲ। ਹੁਣ ਮੇਰਾ ਮਨ ਅਪਰਾਧ ਵਾਲੇ ਬੰਨੇ ਨਹੀਂ ਜਾਏਗਾ। ਹੁਣ ਮੇਰੀ ਅੱਖ ਕਿਸੇ ਪਰਾਈ ਧੀ, ਪਰਾਈ ਬੱਚੀ ਵੱਲ ਬੁਰੀ ਨਿਗਾਹ ਨਾਲ ਨਹੀਂ ਵੇਖੇਗੀ। ਹੁਣ ਮੇਰੇ ਕੰਨ ਨਿੰਦਾ ਚੁਗਲੀ ਵੱਲ ਨਹੀਂ ਜਾਣਗੇ। ਮੇਰਾ ਮਨ ਬੁਰਿਆਈ ਵਾਲੇ ਬੰਨੇ ਨਹੀਂ ਜਾਏਗਾ। ਹੁਣ ਯਤਨ ਅਸੀਂ ਕਰਨਾ ਹੈ, ਅਸੀਂ ਸੱਚ ਦੇ ਵਣਜਾਰੇ ਬਣਨਾ ਹੈ ਕਿ ਝੂਠ ਦੇ ਬਣਨਾ ਹੈ। ਇਹ ਬੋਲ ਸਾਡੇ ਪਾਲੇ ਵਿੱਚ ਆ। ਜੇ ਤੇ ਅਸੀਂ ਸੱਚ ਦੇ ਵਣਜਾਰੇ ਬਣਨਾ ਹੈ ਤੇ ਆਓ ਤਹੀਆ ਕਰੀਏ, ਇਹ ਮਤ ਗੁਰੂ ਨੂੰ ਦੇ ਦਈਏ। ਤਿਆਗੇ ਮਨ ਕੀ ਮਤੜੀ, ਵਿਸਾਰੇ ਦੂਜਾ ਭਾਓ ਜੀਓ, ਇਉਂ ਪਾਵੇ ਹਰ ਦਰਸਾਵੜਾ, ਨਹੀਂ ਲਾਗੇ ਤੱਤੀ ਵਾਓ ਜੀਓ। ਸਤਿਗੁਰੂ ਕਿਰਪਾ ਕਰਨ। ਅੱਜ ਦੇ ਪਾਵਨ ਸ਼ਬਦ ਦੀ ਵਿਚਾਰ ਕਰਦੇ ਹਾਂ। ਸ਼੍ਰੀ ਰਾਗ ਦਾ ਸ਼ਬਦ ਸੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ 19ਵਾਂ ਨੰਬਰ ਸ਼ਬਦ, ਸ਼੍ਰੀ ਰਾਗ ਦਾ 99 ਨੰਬਰ ਸ਼ਬਦ 89, ਤੇ ਪੰਨਾ 49 ਗੁਰੂ ਗ੍ਰੰਥ ਸਾਹਿਬ ਜੀ ਦਾ। ਤੇ ਆਸ ਕਰਦਾ ਹਾਂ ਕਿ ਗੁਰਮਤਿ ਦੀ ਗੱਲ ਸਾਡੇ ਪੱਲੇ ਪਵੇਗੀ। ਰੋਜ਼ਾਨਾ ਹੀ ਫੇਸਬੁੱਕ ਲਾਈਵ ਦੇ ਆਡੀਓ ਦੇ ਮਾਧਿਅਮ ਦੇ ਰਾਹੀਂ ਇਹ ਗੁਰਬਾਣੀ ਵਿਚਾਰ ਲੈ ਕੇ ਆਪ ਜੀ ਕੇ ਸਨਮੁਖ ਹਾਜ਼ਰ ਹੋ ਰਹੇ ਹਾਂ। ਗਲੋਬਲ ਗੁਰਬਾਣੀ ਵਿਚਾਰ WhatsApp ਗਰੁੱਪ ਦੇ ਰਾਹੀਂ ਵੀ ਇਹ ਸੇਵਾ ਕੀਤੀ ਜਾ ਰਹੀ ਹੈ। ਰੋਜ਼ਾਨਾ ਇੱਕ ਸ਼ਬਦ ਦੀ ਵਿਚਾਰ ਦੀ ਸਾਂਝ ਪਾਈ ਜਾਂਦੀ ਹੈ। ਜਿਨ੍ਹਾਂ ਨੇ WhatsApp ਗਰੁੱਪ ਦੇ ਮੈਂਬਰ ਬਣਨਾ ਹੋਵੇ ਉਹ ਆਪਣਾ ਨੰਬਰ ਛੱਡ ਸਕਦੇ ਨੇ, ਉਹਨਾਂ ਨੂੰ ਐਡ ਕਰ ਲਿਆ ਜਾਵੇਗਾ। ਸੋ ਬੇਨਤੀ ਹੈ, ਆਓ ਰਲ ਮਿਲ ਕੇ ਸਤਿਗੁਰੂ ਜੀ ਦੀ ਮੱਤ 'ਤੇ ਚੱਲ ਕੇ ਇੱਕ ਚੰਗੇ ਸਮਾਜ, ਇੱਕ ਚੰਗੇ ਸੁਭਾਅ ਨੂੰ ਸਿਰਜੀਏ ਜਿਹਦੇ ਵਿੱਚ ਅਸੀਂ ਰਹਿੰਦੇ ਹਾਂ। ਇਹ ਸਾਰੀ ਸੋਹਣੀ ਫੁਲਵਾੜੀ ਤਾਂ ਬਣੇਗੀ ਜੇ ਸਾਡੇ ਜੀਵਨ ਵਿੱਚ ਗੁਰਮਤਿ ਹੋਵੇਗੀ। ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।